ਕੇਂਦਰ ਸਰਕਾਰ ਦਾ ਜਿਹੜਾ ਬਜਟ ਹੈ ਉਹ ਆਉਣ ਵਾਲਾ ਤੇ ਇਸ ਬਜਟ ਨੂੰ ਲੈ ਕੇ ਹਰ ਵਾਰੀ ਸਰਕਾਰਾਂ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਲੋਕਾਂ ਨੂੰ ਕਿ ਇਸ ਬਜਟ ਦੇ ਵਿੱਚ ਕੋਈ ਨਾ ਕੋਈ ਸਰਕਾਰ ਰਾਹਤ ਦੇਊਗੀ, ਮਹਿੰਗਾਈ ਤੋਂ ਰਾਹਤ ਹੋਵੇ ਚਾਹੇ ਨੌਕਰੀਆਂ ਹੋਵੇ। ਪਰ ਇਸ ਵਾਰ ਦਾ ਜਿਹੜਾ ਕੇਂਦਰ ਦਾ ਬਜਟ ਹੈਗਾ, ਔਰਤਾਂ ਕੀ ਉਹਦੇ ਤੋਂ ਰੱਖਦੀਆਂ ਨੇ, ਕੀ ਉਮੀਦਾਂ ਨੇ ਸਰਕਾਰ ਤੋਂ, ਕਿਉਂਕਿ ਕੇਂਦਰ ਸਰਕਾਰ ਬਜਟ ਆਉਣ ਵਾਲਾ ਕੇਂਦਰ ਸਰਕਾਰ ਦਾ ਸਰਕਾਰ ਕੀ ਲੈ ਕੇ ਆਉਂਦੀ ਹੈ। ਸਾਡੇ ਨਾਲ ਬਠਿੰਡਾ ਸ਼ਹਿਰ ਦੇ ਕੁਝ ਲੇਡੀਜ਼ ਉਹਨਾਂ ਨਾਲ ਗੱਲ ਕਰਦੇ ਆ। ਮੈਡਮ, ਬਜਟ ਆਉਣ ਵਾਲਾ ਹੈ ਕੇਂਦਰ ਸਰਕਾਰ ਦਾ, ਕੀ ਕਹਿਣਾ ਚਾਹੋਗੇ, ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ? ਕੇਂਦਰ ਸਰਕਾਰ ਦਾ ਜਿਹੜਾ ਬਜਟ ਹੈ ਇਸ ਵਾਰ ਬਿਲਕੁਲ ਹੀ ਵੱਖਰਾ ਹੋਊਗਾ ਤੇ ਬਹੁਤ ਹੀ ਵੱਖਰੇ ਤਰੀਕੇ ਦਾ ਹੋਣਾ ਚਾਹੀਦਾ ਹੈ, ਕਿਉਂਕਿ ਇਸ ਟਾਈਮ ਜਿਹੜੀ ਪੂਰੀ ਦੁਨੀਆ ਕੀ ਇੱਥੋਂ ਤੱਕ ਕਿ ਸਾਡਾ ਇੰਡੀਆ ਵੀ ਇੱਕ ਬਹੁਤ ਵੱਡੀ ਬਿਮਾਰੀ ਤੋਂ ਜਿਹੜਾ ਫੇਸ ਕਰਕੇ ਬਾਹਰ ਨਿਕਲਿਆ ਉਹ ਹੈ ਕੋਵਿਡ-19, ਜਿਹਦੀ ਕਿ ਹੁਣ ਵੈਕਸੀਨ ਵੀ ਹੁਣ ਆ ਗਈ ਹੈ। ਔਰ ਮੈਂ ਕਹਿੰਦੀ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਆਤਮ ਨਿਰਭਰ ਦੇਸ਼ ਦੇ ਅੰਦਰ ਉਹ ਵੈਕਸੀਨ ਸਾਡੇ ਦੇਸ਼ ਦੇ ਵਿੱਚ ਤਿਆਰ ਹੋਈ ਹੈ। ਤੇ ਉਸ ਅਵਸਥਾ ਦੇ ਵਿੱਚੋਂ ਨਿਕਲ ਕੇ ਸਾਡੀ ਜਿਹੜੀ ਆਰਥਿਕ ਵਿਵਸਥਾ ਹੈ ਉਹ ਇਸ ਪਟੜੀ ਤੇ ਆ ਗਈ ਹੈ ਕਿ ਜਿੱਥੇ ਜਿਹੜੀ ਅਸੀਂ ਕਦੇ ਖਾਬ ਵੀ ਨਹੀਂ ਲਿੱਤਾ ਸੀ। ਜਿਹੜਾ ਆਮ ਬੰਦਾ ਹੈ, ਮਿਡਲ ਕਲਾਸ ਬੰਦਾ, ਅਗਰ ਪਾਵਰਟੀ ਲਾਈਨ ਦੀ ਗੱਲ ਕਰੀਏ ਬਿਲਕੁਲ ਹੀ ਅਸੀਂ ਥੱਲੇ ਤੱਕ ਚਲੇ ਗਏ ਹਾਂ। ਆਮ ਬੰਦੇ ਲਈ ਇੱਕ 2 ਵਕਤ ਦੀ ਰੋਜ਼ੀ ਰੋਟੀ ਕਮਾਉਣਾ ਵੀ ਮੁਸ਼ਕਿਲ ਹੋ ਗਿਆ, ਕਿਉਂਕਿ ਨੌਕਰੀਆਂ ਚਲੀਆਂ ਗਈਆਂ ਸਾਰਿਆਂ ਦੀਆਂ। ਮੋਸਟਲੀ ਲੋਕ ਹੈ ਬੇਰੋਜ਼ਗਾਰ ਫਿਰੀ ਜਾਂਦੇ ਆ, ਯੂਥ ਸਾਡਾ ਇੱਧਰ ਉੱਧਰ ਘੁੰਮਦਾ ਫਿਰ ਰਿਹਾ। ਤੀਸਰੀ ਗੱਲ ਜਿਹੜੀ ਹੈਲਥ ਹੈਗੀ, ਹੈਲਥ ਦੇ ਉੱਪਰ ਕਿਉਂਕਿ ਤੁਸੀਂ ਦੇਖੋ ਨਵੀਆਂ ਬਿਮਾਰੀਆਂ ਹੋਰ ਵੀ ਜਿਵੇਂ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਆ ਰਹੀਆਂ, ਇਹਦੋਂ ਵੀ ਬਹੁਤ ਇਫੈਕਟ ਹੋਏ ਹੈ। ਕ੍ਰਾਈਮ ਵਧੇ ਹੈ, ਡਿਫੈਂਸ ਦੀ ਵੀ ਬਹੁਤ ਜ਼ਰੂਰਤ ਹੈ। ਲਾਅ ਐਂਡ ਆਰਡਰ ਬਿਲਕੁਲ ਫੇਲ ਹੋ ਗਿਆ, ਕਿਉਂਕਿ ਥਾਂ ਤੇ ਕ੍ਰਾਈਮ ਅਸੀਂ ਦੇਖ ਰਹੇ ਹਾਂ, ਦੰਗੇ ਦੇਖ ਰਹੇ ਹਾਂ, ਰੋਜ਼ ਚੋਰੀਆਂ ਹੋ ਰਹੀਆਂ, ਕਦੇ ਕਿਸੇ ਦੁਕਾਨ ਦਾ ਤਾਲਾ ਟੁੱਟਿਆ ਹੋਇਆ, ਕਦੇ ਚੇਨ ਸਨੈਚਿੰਗ ਹੋ ਰਹੀ ਹੈ। ਤਾਂ ਮੈਂ ਇਹ ਸਾਰਾ ਮਿਲਾ ਕੇ ਅਗਰ ਦੇਖੀ ਅਰਥ ਵਿਵਸਥਾ ਸਾਰੀ ਹੋਚ-ਪੋਚ ਹੋਈ ਵੀ ਹੈ। ਤਾਂ ਸੈਂਟਰ ਗੌਰਮੈਂਟ ਨੂੰ ਇੱਕ ਹੀ ਮੇਰੀ ਬੇਨਤੀ ਹੈ, ਜਿਵੇਂ ਕਿ ਸਾਡੇ ਮਾਨਯੋਗ ਨਿਰਮਲਾ ਸੀਤਾਰਮਨ ਜੀ ਇਸ ਟਾਈਮ ਫਾਈਨੈਂਸ ਮਿਨਿਸਟਰ ਹੈ ਸੈਂਟਰ ਦੇ, ਤਾਂ ਉਹ ਜਦੋਂ ਆਪਣੇ ਹੁੰਦੇ ਹੋਏ ਥਰਡ ਆਪਣਾ ਜਿਹੜਾ ਹੈ ਬਜਟ ਪੇਸ਼ ਕਰਨਗੇ। ਹੁਣ 1 ਜਨਵਰੀ ਨੂੰ ਦੱਸਿਆ ਕਿ ਉਹਨਾਂ ਨੇ ਪੇਸ਼ ਕਰਨਾ ਹੈ, 1 ਫਰਵਰੀ 2021 ਨੂੰ ਮੰਡੇ ਨੂੰ ਉਹਨਾਂ ਨੇ ਬਜਟ ਪੇਸ਼ ਕਰਨਾ ਹੈ। ਤਾਂ ਉਹਦੇ ਵਿੱਚ ਸਪੈਸ਼ਲ ਫੋਕਸ ਦਿੱਤਾ ਜਾਵੇ, ਲੋਕਾਂ ਦੀ ਗਰੀਬੀ ਦੂਰ ਹੋਵੇ, ਬੇਰੁਜ਼ਗਾਰੀ ਹੈ ਜਿਹੜੀ ਉਹਨੂੰ ਦੂਰ ਕੀਤਾ ਜਾਵੇ, ਉਹਦੇ ਉੱਤੇ ਐਮਫੈਸਿਸ ਕੀਤਾ ਜਾਵੇ। ਉਸ ਤੋਂ ਇਲਾਵਾ ਜਿਹੜੇ ਮਿਡਲ ਕਲਾਸ ਆਮ ਦੁਕਾਨਦਾਰ ਹੈ, ਛੋਟੇ ਦੁਕਾਨਦਾਰ ਹੈ, ਖਾਸ ਕਰਕੇ ਉਹ ਸਾਰੇ ਬੰਦੇ ਜਿਹੜੇ ਛੋਟੀਆਂ ਦੁਕਾਨਾਂ ਤੇ ਵੀ ਲੱਗੇ ਸੀ ਨਾ, ਸਾਰਾ ਬਾਰੇ ਇਸ ਤਰ੍ਹਾਂ ਦੀਆਂ ਸਕੀਮਾਂ ਘੜਿਤ ਕੀਤੀਆਂ ਜਾਣ ਕਿ ਲੋਕਾਂ ਦਾ ਜਿਹੜਾ ਲੈਵਲ ਹੈ ਉਹ ਅਪ ਹੋਵੇ, ਉਹਨਾਂ ਦੀ ਜਿਹੜੀ ਹੈ ਪਰ ਕੈਪੀਟਾ ਇਨਕਮ ਹੈ ਉਹ ਉੱਪਰ ਹੋ ਜਾਏ, ਜਿਹੜੇ ਬਿਲਕੁਲ ਬੇਰੁਜ਼ਗਾਰ ਬੈਠੇ ਹੈ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਡਿਫੈਂਸ ਦੀ ਜਦੋਂ ਮੈਂ ਕਰ ਰਹੀ ਹਾਂ, ਡਿਫੈਂਸ ਦੇ ਉੱਤੇ ਵੀ, ਲਾਅ ਐਂਡ ਆਰਡਰ ਉੱਤੇ, ਪੁਲਿਸ ਮਹਿਕਮਿਆਂ ਉੱਤੇ ਵੀ ਵੱਧ ਤੋਂ ਵੱਧ ਖਰਚ ਕੀਤਾ ਜਾਵੇ। ਇੱਥੇ ਵੀ ਇਨਵੈਸਟਮੈਂਟ ਦੀ ਬਹੁਤ ਲੋੜ ਹੈ, ਕਿਉਂਕਿ ਇਸ ਟਾਈਮ ਜੋ ਅਸੀਂ ਹਾਲਾਤ ਦੇਸ਼ ਦੇ ਦੇਖ ਰਹੇ ਹਾਂ, ਕਿਉਂਕਿ ਅਸੀਂ ਸੇਫ ਰਹਿਣਾ ਚਾਹੁੰਦੇ ਹਾਂ ਸਾਰੇ, ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਅੰਦਰ ਰਹਿੰਦੇ ਹਾਂ, ਇਹਦੇ ਉੱਪਰ ਵੀ ਹੈ ਜਿਹੜਾ ਗੌਰ ਫਰਮਾਇਆ ਜਾਏ। ਤੇ ਇਸ ਤੋਂ ਇਲਾਵਾ ਹੈਲਥ ਸਰਵਿਸਿਜ਼ ਦੇ ਉੱਪਰ ਵੱਧ ਤੋਂ ਵੱਧ ਜਿਹੜਾ ਹੈ ਇੱਧਰ ਵੀ ਧਿਆਨ ਦਿੱਤਾ। ਲੇਡੀਜ਼ ਦਾ ਸਭ ਤੋਂ ਮੇਨ ਮਤਲਬ ਜਿਹੜਾ ਬਜਟ ਵੱਲ ਧਿਆਨ ਹੁੰਦਾ ਉਹ ਰਸੋਈ ਦੇ ਬਜਟ ਵੱਲ ਹੁੰਦਾ। ਜੀ, ਮਹਿੰਗਾਈ ਬਾਰੇ ਕੀ ਕਹਿਣਾ ਤੁਹਾਡਾ ਸਰਕਾਰ? ਦੇਖੋ ਮਹਿੰਗਾਈ ਜਿਹੜਾ ਹੈ, ਪਹਿਲੀ ਗੱਲ ਤਾਂ ਮਹਿੰਗਾਈ ਸ਼ਬਦ ਹੀ ਨਜ਼ਰ ਨਹੀਂ ਆਉਣਾ ਚਾਹੀਦਾ, ਕਿਉਂਕਿ ਇਸ ਟਾਈਮ ਜਿਹੜੇ ਅਸੀਂ ਕੋਵਿਡ ਅਵਸਥਾ ਚੋਂ ਨਿਕਲੇ ਆ, ਮਹਿੰਗਾਈ ਤਾਂ ਕੀ ਬਲਕਿ ਜੋ ਰੇਟ ਪਹਿਲਾਂ ਵੀ ਹੁੰਦੇ ਸੀ ਉਸ ਤੋਂ ਵੀ ਘੱਟ ਤੇ ਸਾਨੂੰ ਕਿਚਨ ਪ੍ਰੋਵਾਈਡ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਅਗਰ ਅਸੀਂ ਰਾਸ਼ਨ ਦੀ ਗੱਲ ਕਰਦੇ ਹਾਂ ਤਾਂ ਖਾਸ ਕਰਕੇ ਜਿਹੜੇ ਕਾਰਡ ਹੈ, ਜਦੋਂ ਇਹਨਾਂ ਨੇ ਕਰ ਦਿੱਤਾ 1 ਨੇਸ਼ਨ 1 ਕਾਰਡ, ਤਾਂ ਉਹਦੇ ਉੱਪਰ ਕੱਲੀ ਕਣਕ ਜਾਂ ਕੱਲਾ ਆਟਾ ਦੇ ਕੇ ਪੂਰਾ ਨਹੀਂ ਪੈਣਾ, ਉਹਦੇ ਉੱਪਰ ਦਾਲ, ਚਾਹ ਪੱਤੀ, ਜਿਹੜੀਆਂ ਆਮ ਜ਼ਰੂਰਤਾਂ ਹੈ ਕਿਚਨ ਦੀਆਂ, ਉਹ ਵੀ ਉਸ ਰਾਸ਼ਨ ਕਾਰਡ ਦੇ ਉੱਪਰ ਵਿਅਕਤੀ ਦੇ ਹਿਸਾਬ ਨਾਲ, ਉਹਦੀ ਇਨਕਮ ਦੇ ਹਿਸਾਬ ਨਾਲ ਦੇਖ ਕੇ ਉਹ ਪ੍ਰੋਵਾਈਡ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਰਸੋਈ ਦੀਆਂ ਚੀਜ਼ਾਂ, ਜਿਹੜੀਆਂ ਆਮ ਲੋਕ ਹੈ, ਚਲੋ ਮਿਡਲ ਕਲਾਸ ਦੇ ਲੋਕ ਹੈ ਜਿਨ੍ਹਾਂ ਦਾ ਕਾਰਡ ਦੀ ਜਿਹੜੀ ਪੂਰੀ ਜਿਹੜੀ ਹੈ ਸਹੂਲਤ ਨਹੀਂ ਪ੍ਰਾਪਤ ਕਰ ਸਕਦੇ, ਤਾਂ ਉਹਨਾਂ ਤੇ ਘੱਟੋ ਘੱਟ ਇਹਨਾਂ ਦਾ ਜ਼ਰੂਰ ਕਰਨ, ਮਹਿੰਗਾਈ ਨਾ ਕਰਨ, ਬਲਕਿ ਸਪੈਸ਼ਲ ਆਫਰ ਦੇਣ ਕਿ ਕੋਵਿਡ ਨੂੰ ਇਫੈਕਟ ਹੁੰਦੇ ਹੋਏ ਲੋਕਾਂ ਨੂੰ ਚੀਜ਼ ਹੋਰ ਸਸਤੀ ਦਿੱਤੀ ਜਾਵੇ। ਕੀ ਕਹਿਣਾ ਤੁਹਾਡਾ? ਬਜਟ ਆ ਰਿਹਾ ਕੇਂਦਰ ਸਰਕਾਰ ਦਾ, ਕੀ ਉਮੀਦਾਂ ਨੇ ਇਸ ਬਜਟ ਤੋਂ? ਉਮੀਦਾਂ ਤਾਂ ਜਿਵੇਂ ਕਿ ਮੈਂ ਖੁਦ ਇੱਕ ਯੂਥ ਜਨਰੇਸ਼ਨ 'ਚ ਬਿਲੋਂਗ ਕਰਦੀ ਹਾਂ। ਪਹਿਲੀ ਉਮੀਦ ਤਾਂ ਇਹ ਹੈ ਕਿ ਮੈਨੂੰ ਰੋਜ਼ਗਾਰ ਮਿਲੇ, ਹੈ ਨਾ। ਜਿਵੇਂ ਕਿ ਆਪਾਂ ਨੂੰ ਪਤਾ ਇੰਪਲੋਇਮੈਂਟ ਬਿਲਕੁਲ ਡਾਊਨ ਹੋ ਗਈ ਹੈ, ਬਲਕਿ ਜਿਹੜੀ ਆਉਣ ਵਾਲੀ ਏਜੰਸੀਆਂ ਨੇ, ਕਈਆਂ ਨੇ ਤਾਂ ਰਿਪੋਰਟਾਂ ਵੀ ਇਹ ਦਿੱਤੀਆਂ ਕਿ ਇੰਡੀਆ ਦੀ ਜਿਹੜੀ ਸਭ ਤੋਂ ਬੇਰੁਜ਼ਗਾਰੀ ਦਾ ਜਿਹੜਾ ਮਤਲਬ ਸਦਮਾ ਲੱਗਿਆ, ਸਭ ਤੋਂ ਵੱਡਾ ਇੰਡੀਆ ਨੂੰ ਲੱਗਿਆ। ਸਭ ਤੋਂ ਵੱਧ ਯੂਥ ਨੇ ਜਿਹੜੀ ਆਪਣੀ ਜੋਬ ਲੋਸ ਕੀਤੀ ਹੈ ਉਹ ਇੰਡੀਆ ਦੇ ਲੋਕਾਂ ਨੇ ਕੀਤੀ ਹੈ। ਇਸ ਤੋਂ ਬਾਹਰ ਆਉਣ ਲਈ ਸਭ ਤੋਂ ਪਹਿਲਾਂ ਤਾਂ ਓਬਵੀਅਸਲੀ ਕੋਟਾ ਬਣਨਾ ਚਾਹੀਦਾ। ਆਪਾਂ ਕਹਿੰਦੇ ਹਾਂ ਮਨਰੇਗਾ ਆ ਗਿਆ, ਜੋਬ ਪ੍ਰੋਵਾਈਡ ਕਰੀ ਜਾਂਦੇ ਹਾਂ, ਪਰ ਉਹਦੇ ਅੰਡਰ ਆ ਕੇ ਵੀ ਅਗਰ ਲੋਕਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਤਾਂ ਮੈਨੂੰ ਲੱਗਦਾ ਨਹੀਂ ਇੰਪਲੋਇਮੈਂਟ ਜਨਰੇਸ਼ਨ ਕਿਸੇ ਪਾਸੇ ਹੋ ਰਹੀ ਹੈ। ਹੁਣ ਜਿਵੇਂ ਕਿ ਬਜਟ ਆ ਰਿਹਾ, ਮੈਂ ਬਹੁਤ ਧੰਨਵਾਦੀ ਹਾਂ ਨਾ ਆਪਣੇ ਮਿਨਿਸਟਰ ਦੀ, ਪਹਿਲੀ ਵਾਰੀ ਆਪਣਾ ਪੇਪਰਲੈਸ ਬਜਟ ਆਊਗਾ। ਨਿਰਮਲਾ ਸੀਤਾਰਮਨ ਜੀ ਪਹਿਲੀ ਵਾਰ ਪੇਪਰਲੈਸ ਬਜਟ ਪ੍ਰੈਜ਼ੈਂਟ ਕਰਨਗੇ, ਬਹੁਤ ਅੱਛੀ ਗੱਲ ਹੈ। ਬਟ ਇਹਦੇ ਹੁੰਦੇ ਹੋਏ ਵੀ ਅਗਰ ਉਹ ਬਾਕੀ ਸੈਕਟਰਸ 'ਤੇ ਧਿਆਨ ਨਹੀਂ ਦੇ ਪਾਉਣਗੇ, ਜਿਵੇਂ ਕਿ ਐਜੂਕੇਸ਼ਨ ਬਹੁਤ ਵੱਡਾ ਸੈਕਟਰ ਹੈ, ਹਰ ਇੱਕ ਆਪਣੀ ਨਵੀਂ ਐਜੂਕੇਸ਼ਨ ਪੋਲਿਸੀ ਆ ਗਈ ਹੈ, ਅਗਰ ਓਬਵੀਅਸਲੀ ਉਹਦੇ ਵਾਸਤੇ ਹੁਣ ਨਵਾਂ ਵੱਧ ਬਜਟ ਵੀ ਚਾਹੀਦਾ, ਉਹਦੇ ਨਾਲ ਹਰ ਇੱਕ ਬੰਦੇ ਦੀ ਜਿਹੜੀ ਇਨਕਮ ਹੈ ਇਫੈਕਟ ਹੋਏਗੀ।
ਉਮੀਦ ਓਬਵੀਅਸਲੀ ਇਹੀ ਉਮੀਦ ਹੈ ਕਿ ਮੇਰੀ ਇਨਕਮ ਨੂੰ ਫਰਕ ਪੈ ਚੁੱਕਿਆ ਕੋਵਿਡ-19 ਕਰਕੇ। ਆਪਾਂ ਇੰਨੇ ਵੱਡੇ ਫੇਸ ਚੋਂ ਨਿਕਲੇ ਆ। ਅਗਰ ਇਹਦੇ ਬਾਵਜੂਦ ਵੀ ਅਗਰ ਮੈਨੂੰ ਕੁਝ ਬੈਨੀਫਿਟ ਨਹੀਂ ਹੋ ਰਿਹਾ, ਮੈਨੂੰ ਐਜੂਕੇਸ਼ਨ ਦੇ ਵਿੱਚ ਕੁਝ ਬੈਨੀਫਿਟ ਨਹੀਂ ਹੋ ਰਿਹਾ, ਮੈਂ ਵੀ ਹਜੇ ਵੀ ਬੇਰੁਜ਼ਗਾਰ ਹਾਂ, ਲੱਗਦਾ ਨਹੀਂ ਉਹਦਾ ਫਾਇਦਾ ਹੈ। ਤਾਂ ਸਭ ਤੋਂ ਜਿਹੜੀ ਮੇਰੀ ਦੋ ਟੌਪ ਤੇ ਉਮੀਦਾਂ ਨੇ, ਪਹਿਲੀ ਗੱਲ ਐਜੂਕੇਸ਼ਨ ਸੈਕਟਰ ਨੂੰ ਜਿਹੜੀ ਬੜ੍ਹੋਤੀ ਹੈ, ਬਜਟ ਵੱਧ ਅਲੋਟ ਹੋਣਾ ਚਾਹੀਦਾ ਹੈ। ਜਿਹੜੀ ਕਿ ਲੇਡੀਜ਼ ਕਿਚਨ ਦੇ ਮਾਮਲੇ 'ਚ ਵਿਚਾਰੀ ਇੰਨੀ ਜੂਝ ਰਹੀ ਹੈ, ਇੰਨੀ ਮਹਿੰਗਾਈ ਦੇ ਵਿੱਚ ਆ ਕੇ, ਜਿਹੜਾ ਕਿ ਸਿਲੰਡਰ ਪਹਿਲਾਂ ਕਿਸੇ ਟਾਈਮ ਤੇ ਆਪਾਂ ਮਤਲਬ ਕੁਛ ਹੀ ਰੇਟਸ 'ਚ ਮਿਲ ਜਾਂਦਾ ਸੀ, ਅੱਜ ਸ਼ਾਇਦ ਆਪਾਂ ਉਸ ਤੋਂ 3 ਗੁਣਾ ਵੱਧ ਪੇ ਕਰ ਰਹੇ ਹਾਂ। ਮੈਨੂੰ ਲੱਗਦਾ ਨਹੀਂ ਇੰਨਾ, ਜਿੰਨ ਤੱਕ ਮਹਿੰਗਾਈ ਦੇ ਦਰਾਂ 'ਚ ਇੰਨਾ ਵਿੱਚ ਨਹੀਂ, ਮਤਲਬ ਆਪਾਂ ਕਹੀਏ ਡਾਊਨ ਟਰਮ ਨਹੀਂ ਆਏਗੀ, ਆਪਾਂ ਕੁਝ ਨਹੀਂ ਕਰ ਸਕਦੇ। ਤਾਂ ਸਭ ਤੋਂ ਵੱਧ ਇਹੀ ਹੈ ਲੇਡੀਜ਼ ਲਈ ਕਿ ਕਿਚਨ ਦਾ ਘਟੇ, ਮਤਲਬ ਓਬਵੀਅਸਲੀ ਬਜਟ ਦੇ ਵਿੱਚ ਇਹੀ 3 ਫੈਕਟਰਸ ਆਉਣਗੇ। ਮਹਿੰਗਾਈ ਘਟੂਗੀ, ਹਰ ਇੱਕ ਸੈਕਟਰ 'ਚ ਬੜੋਤਰੀ ਮਿਲੂਗੀ, ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਐਜੂਕੇਸ਼ਨ। ਬਿਲਕੁਲ, ਕੀ ਕਹਿਣਾ ਤੁਹਾਡਾ, ਕਿਉਂਕਿ ਯੂਥ ਵਾਸਤੇ ਬਹੁਤ ਵੱਡੀਆਂ ਨਿਗਾਹ ਹੁੰਦੀਆਂ, ਸਰਕਾਰ ਤੋਂ ਉਮੀਦਾਂ ਬਹੁਤ ਹੁੰਦੀਆਂ, ਬਜਟ ਆ ਰਿਹਾ ਕੇਂਦਰ ਸਰਕਾਰ ਦਾ, ਕੀ ਕਹਿਣਾ ਚਾਹੋਗੇ? मैं यही रिक्वेस्ट करूँगी सेंट्रल गवर्नमेंट को मेनली जो फोकस है वो एजुकेशन सिस्टम ते करन, लाइक कोविड-19 करके बिल्कुल ही बच्चा का सिस्टम खराब हो चुका है। 1 साल तो स्कूल नहीं गए, हालांकि कई पेरेंट्स अफोर्ड ही नहीं कर सकते बच्चों ਨੂੰ ਸਕੂਲ ਭੇਜਣ ਲਈ। ਤਾਂ ਗਵਰਨਮੈਂਟ ਥੋੜਾ ਜਿਹਾ ਬੱਚਿਆਂ ਨੂੰ ਰਿਬੇਟ ਕਰੇ ਫੀਸ ਵਿੱਚ, ਸੋ ਡੈਟ ਕਿ ਸਾਰੇ ਪੇਰੈਂਟਸ ਬੱਚਿਆਂ ਨੂੰ ਸਕੂਲ ਭੇਜਣ। ਐਂਡ ਤੇ ਗਵਰਨਮੈਂਟ ਇੰਪਲੋਇਮੈਂਟ ਤੇ ਸਪੈਸ਼ਲੀ ਫੋਕਸ ਕਰੇ ਕਿ ਯੂਥ ਨੂੰ ਥੋੜੀ ਜੌਬਸ ਮਿਲਣ। ਲਾਈਕ ਬੱਚਿਆਂ ਕੋਲ ਡਿਗਰੀਜ਼ ਤਾਂ ਕਾਫੀ ਨੇ, ਬਟ ਸਾਰੇ ਬੇਰੁਜ਼ਗਾਰ ਫਿਰਦੇ ਆ, ਕਿ ਉਹਨਾਂ ਨੂੰ ਪ੍ਰੋਪਰ ਪਲੇਸਮੈਂਟ ਕਰੇ, ਸੋ ਡੈਟ ਕਿ ਆਪਣੀ ਯੂਥ ਹੈ ਜੋ ਬਾਹਰ ਅਬਰੋਡ ਨਾ ਜਾਵੇ, ਇੰਡੀਆ ਦੇ ਵਿੱਚ ਹੀ ਸੈਟਲ ਹੋ ਸਕੇ। ਥੈਂਕ ਯੂ। ਬਿਲਕੁਲ ਜੀ, ਹੋਰ ਵੀ ਲੇਡੀਜ਼ ਹੈ। ਰਸੋਈ ਦਾ ਬਜਟ ਵਿਗੜਦਾ ਹੀ ਹਰ ਵਾਰ ਜਦੋਂ ਮਹਿੰਗਾਈ ਹੁੰਦੀ ਹੈ। ਇਸ ਵਾਰੀ ਸਰਕਾਰ ਤੋਂ ਕੀ ਉਮੀਦਾਂ ਨੇ ਬਜਟ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਰੇਟ ਇੰਨੇ ਡਾਊਨ ਕਰਨ ਕਿ ਮਿਡਲ ਫੈਮਿਲੀ ਜੋ ਹੈ ਉਹਨੂੰ ਆਰਾਮ ਨਾਲ ਆਪਣਾ ਹੈਂਡਲ ਕਰ ਸਕੇ। ਸਾਡਾ ਰਸੋਈ ਦਾ ਬਜਟ ਬਿਲਕੁਲ ਵਿਗੜਿਆ ਪਿਆ। ਬਿਜਲੀ ਦੇ ਬਿੱਲ ਸਾਡੇ ਇੰਨੇ ਜ਼ਿਆਦਾ ਆਉਂਦੇ ਆ ਕਿ ਅਸੀਂ ਪੇ ਨਹੀਂ ਕਰ ਸਕਦੇ। ਸਿਲੰਡਰ 740 ਰੁਪਏ ਦਾ ਸਿਲੰਡਰ ਹੋ ਗਿਆ ਜੀ। ਮਹੀਨੇ 'ਚ 2 ਸਿਲੰਡਰ ਲਗਾਏ ਸੀ, 1500 ਰੁਪਏ ਗੈਸ ਤੇ ਲਗਾ ਦਿੰਦੇ ਆ। ਅਸੀਂ ਕਿਵੇਂ ਗੁਜ਼ਾਰਾ ਕਰਾਂਗੇ ਆਪਣਾ? ਤੇ ਬੱਚਿਆਂ ਵਾਸਤੇ ਨੌਕਰੀਆਂ ਹੈ ਹੀ ਨਹੀਂ ਜੀ, ਬੱਚੇ ਵਿਹਲੇ ਆ ਸਾਡੇ। ਤੇ ਸਾਡੀ ਗਵਰਨਮੈਂਟ ਨਾਲ ਇਹੀਓ ਅਸੀਂ ਅਰਦਾਸ ਕਰਾਂਗੇ ਕਿ ਉਹ ਸਾਡੀ ਬੇਨਤੀ ਨੂੰ ਸਵੀਕਾਰ ਕਰਨ, ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਰਸੋਈ ਦੇ ਸਾਡੇ ਧਿਆਨ ਕਰਨ। ਤੁਹਾਨੂੰ ਲੱਗਦਾ ਹੈ ਕਿ ਜਦੋਂ ਮਹਿੰਗਾਈ ਵਿਗੜਦੀ ਹੈ ਤਾਂ ਪਰਿਵਾਰ ਦੇ ਵਿੱਚ ਵੀ ਵੱਡੀ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਕਿ ਕਿੱਥੋਂ ਗੁਜ਼ਾਰਾ ਚਲਾਈਏ? ਹਾਂਜੀ ਬਿਲਕੁਲ, ਪਰਿਵਾਰਾਂ 'ਚ ਝਗੜੇ ਹੁੰਦੇ ਆ ਇਸ ਗੱਲ ਤੇ ਕਿ ਲੇਡੀਜ਼ ਕਹਿੰਦੇ ਸਾਨੂੰ ਪੈਸੇ ਦਿਓ, ਆਦਮੀਆਂ ਕੋਲ ਹੈ ਨਹੀਂ, ਤੇ ਅਸੀਂ ਕਿਵੇਂ ਕਰ ਸਕਦੇ ਹਾਂ? ਇਸ ਬਜਟ 'ਚ ਉਮੀਦ ਹੈ ਮੋਦੀ ਸਰਕਾਰ ਰਾਹਤ ਉਮੀਦ ਹੈ, ਸਾਨੂੰ ਉਮੀਦ ਹੈ ਮੋਦੀ ਸਾਹਿਬ ਕਰਨਗੇ, ਸੁਣਨਗੇ ਜ਼ਰੂਰ। ਬਿਲਕੁਲ, ਕੀ ਲੱਗਦਾ ਤੁਹਾਨੂੰ ਜੀ, ਹਰ ਵਾਰ ਬਜਟ ਆਉਂਦਾ ਉਮੀਦ ਬਹੁਤ ਹੁੰਦੀ ਹੈ, ਲੇਡੀਜ਼ ਦਾ ਜਿਹੜਾ ਰਸੋਈ ਦਾ ਬਜਟ ਹੈ ਉਹ ਹਰ ਵਾਰ ਵਿਗੜਦਾ ਹੈ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਮਹਿੰਗਾਈ ਦਾ ਭਾਰ ਝੇਲਣਾ ਪੈਂਦਾ ਜੀ? ਸਾਰੇ ਭਾਰ ਲੇਡੀਜ਼ ਨੂੰ ਝੱਲਣਾ ਪੈਂਦਾ ਜੀ। ਕਿਤੇ ਕਿਤੇ ਉਹ ਆਪਣਾ ਕਰਨਗੀਆਂ, ਜੇ ਗੈਸ ਹੈ, ਦਾਲ ਸਬਜ਼ੀ ਹੈ, ਕੁਛ ਵੀ ਹੈ ਨਾ, ਕਿਸੇ ਚੀਜ਼ 'ਚ ਡਾਊਨਫਾਲ ਤਾਂ ਆਉਂਦਾ ਹੀ ਨਹੀਂ, ਇੰਪਰੂਵਮੈਂਟ ਹੋਈ ਜਾ ਰਹੀ ਹੈ। ਕੀ ਕਰੀਏ? ਜੇ ਬੱਚੇ ਹੈ, ਬੱਚਿਆਂ ਨੂੰ ਕੋਈ ਐਜੂਕੇਸ਼ਨ ਇੰਨੀ ਕਰਵਾ ਰਹੀ ਹੈ, ਇੰਨਾ ਨਾ ਪੈਸਾ ਲਗਾਇਆ ਹੋਇਆ, ਉਹਨਾਂ ਨੂੰ ਐਜੂਕੇਸ਼ਨ ਹੈ ਨਹੀਂ। ਅੱਜ ਕੋਈ ਵੀ ਦੇਸ਼ ਹੈ ਉਹ ਇੱਕ ਯੁਵਾ ਤੇ ਡਿਪੈਂਡ, ਪਰ ਇੱਥੋਂ ਦੇ ਯੁਵਾ ਬੇਰੁਜ਼ਗਾਰ ਨੇ। ਜੇ ਇੱਥੇ ਬੱਚਿਆਂ ਨੂੰ ਨੌਕਰੀਆਂ ਪ੍ਰੋਵਾਈਡ ਹੋਣ ਤਾਂ ਬੱਚੇ ਕਦੇ ਅਬਰੋਡ ਨਹੀਂ ਜਾਣਗੇ। ਮੈਂ ਗਵਰਨਮੈਂਟ ਨੂੰ ਕਹਿੰਦੀ ਹਾਂ ਕਿ ਇੰਨੀਆਂ ਕੁ ਇਹਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਦੇਣ ਕਿ ਬੱਚੇ ਬਾਹਰ ਨਾ ਜਾਣ। ਲੱਗਦਾ ਕਿ ਮਹਿੰਗਾਈ ਤੋਂ ਰਾਹਤ ਮਿਲੂਗੀ, ਸਿਲੰਡਰ ਨੈਚੁਰਲੀ ਸਾਰਾ ਕੁਝ ਹੀ ਸਸਤਾ ਹੋਵੇ ਤਾਂ ਸਾਰਾ ਕੁਝ ਮਿਲੂਗਾ ਜੀ। ਉਮੀਦ ਕਰਦੇ ਹਾਂ ਵੀ ਇਸ ਵਾਰ ਬਜਟ ਦੇ ਵਿੱਚ ਸੀਤਾਰਮਨ ਜੀ ਇਸ ਵੱਲ ਧਿਆਨ ਦੇਣਗੇ, ਗ੍ਰਹਿਣੀਆਂ ਵੱਲ ਖਾਸ ਕਰਕੇ। ਬਿਲਕੁਲ ਜੀ, ਗ੍ਰਹਿਣੀਆਂ ਵੱਲ ਖਾਸ ਧਿਆਨ। ਜਦੋਂ ਮੈਡਮ ਆਖਰੀ ਸਵਾਲ ਹੈ, ਬੜੀ ਵੱਡੀ ਜ਼ਿੰਮੇਵਾਰੀ ਸਰਕਾਰ ਤੇ ਹੁੰਦੀ ਹੈ, ਆਮ ਜਨਤਾ ਦੀ, ਤਾਂ ਹੁਣ ਇਸ ਬਜਟ ਤੋਂ ਸੰਖੇਪ 'ਚ ਕੀ ਕਹਿਣਾ ਚਾਹੋਗੇ? ਬਿਲਕੁਲ, ਮਹਿਲਾਵਾਂ ਵੱਲੋਂ ਸਰਕਾਰ ਨੂੰ ਇੱਕੋ ਹੀ ਬੇਨਤੀ ਹੈ ਕਿ ਸਭ ਤੋਂ ਜਿਹੜੀ ਵੱਧ ਟੈਨਸ਼ਨ ਹੈ, ਕਿਉਂਕਿ ਬੰਦੇ ਕੰਮਾਂ 'ਚ ਬਿਜ਼ੀ ਹੋ ਜਾਂਦੇ ਆ, ਇਹ ਸਭ ਤੋਂ ਜ਼ਿਆਦਾ ਜਿਹੜਾ ਬੋਝ ਆ ਕੇ ਗਿਰਦਾ ਹੈ ਉਹ ਇੱਕ ਲੇਡੀਜ਼ ਤੇ ਇੱਕ ਗ੍ਰਹਿਣੀ ਤੇ ਆ ਕੇ ਗਿਰਦਾ ਹੈ, ਕਿਉਂਕਿ ਉਹਨੇ ਉਸੇ ਬਜਟ ਦੇ ਵਿੱਚ ਕਿਚਨ ਚਲਾਉਣੀ ਹੁੰਦੀ ਹੈ, ਉਸੇ ਬਜਟ ਦੇ ਵਿੱਚ ਉਹਨੇ ਆਪਣਾ ਘਰ-ਬਾਰ ਸੰਭਾਲਣਾ ਹੁੰਦਾ ਹੈ, ਉਸੇ ਬਜਟ ਦੇ ਅੰਦਰ ਉਹਨੇ ਬੱਚਿਆਂ ਦੀ ਐਜੂਕੇਸ਼ਨ ਵੀ ਦੇਖਣੀ ਹੁੰਦੀ ਹੈ, ਫਿਰ ਘਰਦਿਆਂ ਦੀ ਖਾਸ ਕਰਕੇ ਸਿਹਤ ਸੇਵਾਵਾਂ ਜਿਹਨੂੰ ਆਪਾਂ ਕਹਿੰਦੇ ਆ ਵੀ ਸਾਰਿਆਂ ਦੀ ਹੈਲਥ ਠੀਕ ਰਵੇ, ਉਸ ਹਿਸਾਬ ਨਾਲ ਵੀ ਉਹਨੇ ਸਾਰੀ ਚੀਜ਼ ਹੈ ਜਿਹੜੀ ਗ੍ਰਹਿਣੀ ਤੇ ਆ ਕੇ ਗਿਰਦੀ ਹੈ। ਤੇ ਜਿਹੜੀ ਸਾਡੀ ਅੱਜ ਦੇ ਟਾਈਮ 'ਚ, ਕਿਉਂਕਿ ਕੋਵਿਡ-19 ਤੋਂ ਜਿਹੜਾ ਹੈ ਇੰਨੀ ਇਫੈਕਟ ਹੋਈ ਹੈ ਮੇਰੀ ਗ੍ਰਹਿਣੀ, ਖਾਸ ਕਰਕੇ ਮੇਰੇ ਦੇਸ਼ ਦੀ ਗ੍ਰਹਿਣੀ, ਕਿ ਉਹਨੂੰ ਸਮਝ ਨਹੀਂ ਆ ਰਹੀ ਉਹ ਕੀ ਕਰੇ। ਉਹ ਸਿਰਫ ਇੱਕ ਦਬਕੇ ਰਹਿ ਜਾਂਦੀ ਹੈ, ਉਹਨੂੰ ਸਮਝ ਨਹੀਂ ਆ ਰਹੀ। ਪਰ ਅੱਜ ਇਹ ਤੁਸੀਂ ਘੜੀ ਤੁਹਾਡੇ ਚੈਨਲ ਦੇ ਥਰੂ ਮੈਂ ਕਹਿੰਦੀ ਇਸ ਗ੍ਰਹਿਣੀਆਂ ਨੂੰ ਮੌਕਾ ਮਿਲਿਆ ਕਿ ਉਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਰਹੀਆਂ। ਉਹਨਾਂ ਦੀ ਕਿਚਨ ਸਸਤੀ ਕੀਤੀ ਜਾਵੇ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਧਿਆਨ ਦਿੱਤਾ ਜਾਵੇ, ਉਹਨਾਂ ਦੇ ਬੱਚਿਆਂ ਦੀ ਤੇ ਉਹਨਾਂ ਦੇ ਜਿਹੜੇ ਘਰ ਦੇ ਆ ਉਹਨਾਂ ਦੇ ਰੋਜ਼ਗਾਰ ਦੇ ਅਵਸਰਾਂ ਕੰਨੀ ਧਿਆਨ ਕੀਤਾ ਜਾਵੇ। ਇਹੀ ਸਰਕਾਰ ਨੂੰ ਬੇਨਤੀ। ਬਿਲਕੁਲ ਜੀ, ਬਠਿੰਡਾ ਦੀ ਮਹਿਲਾਵਾਂ ਨੇ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਇੱਕੋ ਇੱਕ ਉਮੀਦ ਕੀਤੀ ਹੈ ਕੇਂਦਰ ਜਿਹੜੀ ਵਿੱਤ ਮੰਤਰੀ ਹੈ ਨਿਰਮਲਾ ਸੀਤਾਰਮਨ ਤੋਂ, ਕਿ ਇਸ ਵਾਰੀ ਜਿਹੜੇ ਬਜਟ ਆਊਗਾ ਉਹਦੇ ਵਿੱਚ ਖਾਸ ਤੌਰ ਤੇ ਮਹਿੰਗਾਈ ਤੋਂ ਰਾਹਤ ਜ਼ਰੂਰ ਦਿੱਤੀ ਜਾਊਗੀ, ਤੇ ਨਾਲ ਹੀ ਜਿਹੜੀ ਯੁਵਾ ਨੌਜਵਾਨ ਪੀੜ੍ਹੀ ਹੈ ਉਹਨਾਂ ਵਾਸਤੇ ਨੌਕਰੀ ਦਾ ਵੱਧ ਤੋਂ ਵੱਧ ਇਸ ਬਜਟ ਦੇ ਵਿੱਚ ਉਮੀਦ ਹੈ ਕਿ ਸਰਕਾਰ ਕੋਈ ਨਾ ਕੋਈ ਰਾਹਤ ਇਸ ਬਜਟ 'ਚ ਦੇਊਗੀ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।